ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ, ਗੱਦੀ ਤੇ ਬਿਰਾਜਮਾਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਿੱਖ ਧਰਮ ਦੇ ਬਾਨੀ, ਪਹਿਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਧੁਰਕੀ ਬਾਣੀ, ਇਲਾਹੀ ਦਰਗਾਹੀ ਬਾਣੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 685 ਦੇ ਉੱਪਰ ਗੁਰੂ ਪਿਆਰੀ ਸਾਧ ਸੰਗਤ ਜੀ ਸੁਭਾਏਮਾਨ ਹਨ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇਕਾਗਰ ਚਿੱਤ ਹਿਰਦੇ ਦੇ ਵਿੱਚ ਧਿਆਨ ਧਰ ਕੇ ਹੱਥ ਜੋੜੋ, ਨੇਤਰ ਬੰਦ ਕਰੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਰਸਨਾ ਸਾਧ ਸੰਗਤ ਜੀ ਬਾਂਝੀ ਨਾ ਰਹੇ। ਫਤਿਹ ਪ੍ਰਵਾਨ ਹੋਵੇ ਮੇਰੇ ਪਾਤਸ਼ਾਹ ਲੇਖੇ ਦੇ ਵਿੱਚ ਲਾਉਣ। ਹੁਣ ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ। ਹੁਣ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧਨਾਸਰੀ ਮਹੱਲਾ ਪਹਿਲਾ ਭਾਵ ਰਾਗ ਧਨਾਸਰੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰਦੇ ਨੇ ਘਰ ਦੂਸਰਾ। ਦੂਸਰੇ ਘਰ ਦੇ ਵਿੱਚ ਇਸ ਸ਼ਬਦ ਦਾ ਉਚਾਰਨ ਕੀਤਾ ਹੋਇਆ ਹੈ ਅਸ਼ਟਪਦੀਆਂ। ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ 8 ਬੰਦਾਂ ਵਾਲੀ ਬਾਣੀ। ਅਸ਼ਟਪਦੀਆਂ ਭਾਵ 8 ਬੰਦਾਂ ਵਾਲੀ ਬਾਣੀ। ਅੱਜ ਦੇ ਪਾਵਨ ਸ਼ਲੋਕ ਦੇ, ਅੱਜ ਦੇ ਪਾਵਨ ਹੁਕਮ ਦੇ, ਅੱਜ ਦੇ ਪਾਵਨ ਮੁੱਖ ਵਾਕ ਦੇ, ਅੱਜ ਦੇ ਪਾਵਨ ਉਪਦੇਸ਼ ਸਾਧ ਸੰਗਤ ਜੀ ਜੋ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਮੇਰੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ, ਉਸ ਦੇ 8 ਪਦੇ ਨੇ। ਅੱਜ ਦੇ ਪਾਵਨ ਉਪਦੇਸ਼ ਦੇ 8 ਪਦੇ ਨੇ। ਤੇ ਪਹਿਲੇ ਪਦੇ ਦੀ ਪਹਿਲੀ ਪੰਕਤੀ ਦੀ ਆਰੰਭਤਾ ਤੋਂ ਪਹਿਲਾਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਾਲਕ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰ ਸਾਗਰ ਰਤਨੀ ਭਰਪੂਰੇ।
ਗੁਰ ਸਾਗਰ ਰਤਨੀ ਭਰਪੂਰੇ। ਰਤਨੀ ਕਹਿੰਦੇ ਨੇ ਰਤਨਾਂ ਦੇ ਨਾਲ, ਸੋਹਣੇ ਜੀਵਨ ਉਪਦੇਸ਼ ਦੇ ਨਾਲ ਭਰਪੂਰੇ, ਨਕਾ ਨਕ ਭਰਿਆ ਹੋਇਆ। ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾਂ ਨਾਲ ਨਕਾ ਨਕ ਭਰਿਆ ਹੋਇਆ ਹੈ। ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ, ਰਤਨਾਂ ਦੇ ਨਾਲ ਨਕਾ ਨਕ ਭਰਿਆ ਹੋਇਆ ਹੈ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਸੰਤ ਕਹਿੰਦੇ ਨੇ ਗੁਰਮੁਖ ਬੰਦੇ, ਚੁਗ ਹੈ ਚੁਗਦੇ ਹਨ। ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ। ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਗੁਰਮੁਖ ਸਿੱਖ ਸਾਗਰ ਦੇ ਵਿੱਚੋਂ, ਗੁਰੂ ਸਾਗਰ ਇਹ ਸਾਧ ਸੰਗਤ ਜੀ ਸਮੁੰਦਰ ਹੈ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਭਰਿਆ ਹੋਇਆ ਏ। ਗੁਰਸਿੱਖ ਸਿੱਖ, ਗੁਰਮੁਖ ਸਿੱਖ ਉਸ ਸਾਗਰ ਦੇ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ। ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਉਹ ਸਮੁੰਦਰ ਤੋਂ ਦੂਰ ਨਹੀਂ ਜਾਂਦੇ, ਇਸੇ ਤਰ੍ਹਾਂ ਗੁਰਮੁਖ ਸਿੱਖ ਵੀ ਗੁਰੂ ਤੋਂ ਦੂਰ ਨਹੀਂ ਰਹਿੰਦੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੇ। ਚੋਗ ਕਹਿੰਦੇ ਨੇ ਖੁਰਾਕ ਨੂੰ, ਆਤਮਿਕ ਜੀਵਨ ਦੀ ਖੁਰਾਕ। ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰ ਨਾਮ ਰਸ ਦੀ ਖੁਰਾਕ ਜਾਂ ਚੋਗ ਚੁਗਦੇ ਹਨ। ਸਰਵਰ ਮੈਂ ਹੰਸ ਪ੍ਰਣਪਤ ਪਾਵੈ। ਪ੍ਰਣਪਤ ਕਹਿੰਦੇ ਨੇ ਪਰਮਾਤਮਾ। ਸਰਵਰ ਮੈਂ ਹੰਸ ਪ੍ਰਣਪਤ ਪਾਵੇ। ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਏ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ। ਗੁਰਸਿੱਖ ਹੰਸ ਗੁਰੂ ਸਰੋਵਰ ਦੇ ਵਿੱਚ ਟਿਕਿਆ ਰਹਿੰਦਾ ਹੈ, ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ। ਕਿਆ ਬਗ ਬਪੁੜਾ ਛਪੜੀ ਨਹਾਏ। ਕਿਆ ਬਗ ਬਪੁੜਾ ਛਪੜੀ ਨਹਾਏ। ਬਗ ਕਹਿੰਦੇ ਨੇ ਬਗਲਾ, ਬਪੁੜਾ ਵਿਚਾਰਾ ਨਹਾਏ ਨਹਾਉਂਦਾ ਹੈ। ਵਿਚਾਰਾ ਬਗਲਾ ਛਪੜੀ ਦੇ ਵਿੱਚ ਕਾਹਦੇ ਲਈ ਨਹਾਉਂਦਾ ਹੈ। ਵਿਚਾਰਾ ਬਗਲਾ ਛਪੜੀ ਦੇ ਵਿੱਚ ਕਾਹਦੇ ਲਈ ਨਹਾਉਂਦਾ ਹੈ ਸਾਧ ਸੰਗਤ ਜੀ, ਤਾਂ ਜੋ ਉਹ ਆਪਣਾ ਸਰੀਰ ਸਾਫ਼ ਕਰ ਸਕੇ। ਆਪਣੇ ਖੰਭਾਂ ਨੂੰ ਲੱਗੀ ਹੋਈ ਮੈਲ ਜਿਹੜੀ ਉਸ ਨੂੰ ਧੋ ਸਕੇ। ਪਰ ਸਾਧ ਸੰਗਤ ਜੀ ਹੁਣ ਜੇ ਕੋਈ ਸਮੁੰਦਰ ਦੇ ਵਿੱਚ ਨਹਾਵੇਗਾ, ਦਰਿਆ ਦੇ ਵਿੱਚ ਨਹਾਵੇਗਾ ਜਿੱਥੇ ਪਾਣੀ ਬਹੁਤ ਜ਼ਿਆਦਾ, ਤਾਂ ਉਸ ਦੀ ਮੈਲ ਅਵੱਸ਼ ਉਤਰੇਗੀ। ਪਰ ਜੇ ਹੁਣ ਵਿਚਾਰਾ ਬਗਲਾ ਜਿਹੜਾ ਉਹ ਛੱਪੜੀ ਦੇ ਵਿੱਚ ਨਹਾਏਗਾ ਤਾਂ ਉਸ ਦੀ ਮੈਲ ਨਹੀਂ ਉਤਰੇਗੀ। ਕੀ ਹੋਵੇਗਾ? ਅਗਲੀ ਰਹਾਉ ਵਾਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕੀਚੜ ਡੂਬੈ ਮੈਲ ਨਾ ਜਾਏ ਰਹਾਉ। ਕੀਚੜ ਡੂਬੇ ਮੈਲ ਨਾ ਜਾਏ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ। ਕੀਚੜ ਕਹਿੰਦੇ ਨੇ ਚਿੱਕੜ ਨੂੰ। ਹੁਣ ਵਿਚਾਰਾ ਬਗਲਾ ਛੱਪੜੀ ਦੇ ਵਿੱਚ ਕਾਹਦੇ ਲਈ ਨਹਾਉਂਦਾ ਵੀ ਮੈਂ ਆਪਣੇ ਖੰਭ ਸਾਫ਼ ਕਰ ਲਵਾਂ, ਜਿਹੜੀ ਮੈਲ ਲੱਗੀ ਹੋਈ ਆ ਉਹ ਮੈਂ ਲਾ ਲਵਾਂ। ਪਰ ਹੁਣ ਜਦੋਂ ਸਾਧ ਸੰਗਤ ਜੀ ਛੱਪੜੀ ਦੇ ਵਿੱਚ ਨਹਾਵੇਗਾ ਜਿੱਥੇ ਪਾਣੀ ਬਹੁਤ ਸੀਮਤ ਮਾਤਰਾ ਦੇ ਵਿੱਚ ਹੈ, ਪਰ ਉਹ ਵੀ ਬਹੁਤ ਗੰਦਾ ਹੈ, ਖਰਾਬ ਹੈ, ਉਸਨੇ ਚਿੱਕੜ ਦਾ ਰੂਪ ਧਾਰਨ ਕੀਤਾ ਹੋਇਆ ਹੈ। ਤੇ ਕੀ ਹੁੰਦਾ ਫਿਰ? ਉਹ ਬਗਲਾ ਵਿਚਾਰਾ ਕੁਝ ਖੱਟਦਾ ਨਹੀਂ, ਸਗੋਂ ਛੱਪੜੀ ਦੇ ਵਿੱਚ ਨਹਾ ਕੇ ਚਿੱਕੜ ਦੇ ਵਿੱਚ ਡੁੱਬਦਾ ਏ। ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ, ਜਿਹੜਾ ਮਨੁੱਖ ਗੁਰੂ ਸਮੁੰਦਰ ਕਿਹੜਾ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ, ਕਬਰਾਂ ਮਸਾਣਾ ਆਦਿਕ ਹੋਰ ਤੋਂ ਹੋਰ ਆਸਰੇ ਭਾਲਦਾ ਏ। ਮਾਨੋ ਉਹ ਛੱਪੜੀ ਦੇ ਵਿੱਚ ਨਹਾ ਰਿਹਾ ਏ, ਉਸ ਦੀ ਉਹ ਹੋਰ ਮਾਇਆ ਮੋਹ ਦੀ ਮੈਲ ਆ ਜਿਹੜੀ ਸਹੇੜ ਲੈਂਦਾ ਏ। ਇੱਥੇ ਪਾਤਸ਼ਾਹ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਰੱਖ ਰੱਖ ਚਰਨ ਧਰੇ ਵਿਚਾਰੀ।
ਰਖ ਰਖ ਚਰਨ ਧਰੇ ਵਿਚਾਰੀ। ਰਖ ਰਖ ਤੋਂ ਭਾਵ ਰਖ ਰਖ ਕੇ ਧਿਆਨ ਨਾਲ ਵਿਚਾਰੀ, ਵਿਚਾਰ ਦੇ ਆਸਰੇ। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਦੇ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਦੇ ਨਾਲ ਜੀਵਨ ਸਫਰ ਦੇ ਵਿੱਚ ਪੈਰ ਰੱਖਦਾ ਹੈ। ਦੁਬਦਾ ਛੋਟ ਭਏ ਨਿਰੰਕਾਰੀ। ਦੁਬਦਾ ਕਹਿੰਦੇ ਨੇ ਕਿਸੇ ਹੋਰ ਆਸਰੇ ਦੀ ਭਾਲ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਮੁਕਤ ਪਦਾਰਥ ਹਰ ਰਸ ਚਾਖੇ। ਮੁਕਤ ਪਦਾਰਥ ਹਰ ਰਸ ਚਾਖੇ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਉਹ ਗੁਰਸਿੱਖ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਿਵਾ ਦਿੰਦਾ ਹੈ। ਆਵਨ ਜਾਨ ਰਹੇ ਗੁਰ ਰਾਖੇ। ਆਵਨ ਜਾਣ ਰਹੇ ਗੁਰ ਰਾਖੇ। ਰਹੇ ਤੋਂ ਭਾਵ ਮੁੱਕ ਜਾਂਦੇ ਹਨ। ਗੁਰੂ ਨੇ ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ, ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ। ਸਰਵਰ ਹੰਸਾ ਛੋੜ ਨਾ ਜਾਏ। ਸਰਵਰ ਹੰਸਾ ਛੋੜ ਨਾ ਜਾਏ। ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਹਿਜ ਕਹਿੰਦੇ ਨੇ ਸਹਿਜ ਦੇ ਵਿੱਚ, ਆਤਮਿਕ ਅਡੋਲ ਅਵਸਥਾ ਵਿੱਚ। ਤਿਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ, ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਦੇ ਵਿੱਚ ਟਿਕਦਾ ਹੈ, ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ। ਉਹ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ। ਅਕਥ ਕਥਾ ਗੁਰ ਬਚਨੀ ਆਦਰ। ਅਕਥ ਕਥਾ ਗੁਰ ਬਚਨੀ ਆਦਰ। ਆਦਰ ਕਹਿੰਦੇ ਨੇ ਇੱਜ਼ਤ। ਇਹ ਕਥਾ ਸਾਧ ਸੰਗਤ ਜੀ ਅਕਥ ਹੈ, ਭਾਵ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਲੋਕ ਅਤੇ ਪਰਲੋਕ ਦੇ ਵਿੱਚ ਜੀਵ ਆਦਰ ਪਾਉਂਦਾ ਹੈ। ਗੁਰੂ ਦੇ ਬਚਨਾਂ ਉੱਤੇ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ ਨਾ ਸਾਧ ਸੰਗਤ ਜੀ, ਸਾਡੇ ਕਲਯੁੱਗੀ ਜੀਵਾਂ ਦੇ ਵਾਸਤੇ, ਜੋ ਸਾਡੇ ਸਿੱਖਾਂ ਦੇ ਵਾਸਤੇ ਉਪਦੇਸ਼ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਦੇ ਬਚਨ ਨੇ ਉਹਨਾਂ ਦੇ ਤੁਰ ਕੇ, ਉਹਨਾਂ ਦੇ ਉੱਤੇ ਤੁਰ ਕੇ, ਭਾਵ ਉਸ ਉਪਦੇਸ਼ ਨੂੰ, ਉਹਨਾਂ ਹੁਕਮਾਂ ਨੂੰ ਮੰਨ ਕੇ ਜੀਵ ਆ ਜਿਹੜਾ ਇਸ ਮਾਤ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਅਗਾਂਹ ਆਦਰ ਪਾਉਂਦਾ ਹੈ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਅਫੁਰ ਅਵਸਥਾ, ਉਹ ਅਵਸਥਾ ਜਿੱਥੇ ਮਾਇਆ ਦੇ ਫੁਰਨਿਆਂ ਵੱਲੋਂ ਸੁੰਝ ਹੈ। ਜੋਗੀ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਹੋਇਆ। ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਅਫੁਰ ਅਵਸਥਾ ਵਿੱਚ ਟਿਕਦਾ ਹੈ। ਕੋਈ ਵਿਰਲਾ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਹੋਇਆ ਬੰਦਾ ਅਫੁਰ ਅਵਸਥਾ ਦੇ ਵਿੱਚ ਟਿਕਦਾ ਹੈ। ਨਾਰ ਨ ਪੁਰਖ ਕਹੂੰ ਕਉ ਕੈਸੇ। ਨਾਰ ਨ ਪੁਰਖ ਕਹੂੰ ਕਉ ਕੈਸੇ। ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ, ਭਾਵ ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਉਂਦੀ। ਦੱਸੋ ਇਹ ਸੰਕਲਪ ਕਰ ਵੀ ਕੋਈ ਕਿਵੇਂ ਸਕਦਾ ਹੈ। ਤ੍ਰਿਭਵਨ ਜੋਤ ਰਹਿ ਲਿਵਲਾਈ। ਤ੍ਰਿਭਵਨ ਜੋਤ ਰਹਿ ਲਿਵਲਾਈ। ਤ੍ਰਿਭਵਨ ਜੋਤ ਉਹ ਪ੍ਰਭੂ ਜਿਸ ਦੀ ਜੋਤ ਤਿੰਨਾਂ ਭਵਨਾਂ ਵਿੱਚ ਹੈ, ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਦੇ ਵਿੱਚ ਸੁਰਤ ਜੋੜੀ ਰੱਖਦਾ ਏ ਜਿਸ ਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ। ਸੁਰ ਨਰ ਨਾਥ ਸੱਚੇ ਸਰਨਾਈ। ਸੁਰ ਨਰ ਨਾਥ ਸੱਚੇ ਸਰਨਾਈ। ਸੁਰ ਕਹਿੰਦੇ ਨੇ ਦੇਵਤੇ ਨੂੰ,
ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ ਥਿਰ ਦੀ ਸਰਨ ਲਈ ਰੱਖਦੇ ਹਨ। ਆਨੰਦ ਮੂਲ ਅਨਾਥ ਆਧਾਰੀ, ਆਨੰਦ ਮੂਲ ਅਨਾਥ ਆਧਾਰੀ, ਆਨੰਦ ਮੂਲ ਆਨੰਦ ਦਾ ਸੋਮਾ। ਗੁਰਮੁਖ ਹੰਸ ਗੁਰੂ ਸਾਗਰ ਦੇ ਵਿੱਚ ਟਿਕ ਕੇ ਉਸ ਪ੍ਰਣਪਤ ਪ੍ਰਭੂ ਨੂੰ ਮਿਲਦਾ ਹੈ, ਜੋ ਆਤਮਿਕ ਆਨੰਦ ਦਾ ਸੋਮਾ ਹੈ, ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਕਹਿੰਦੇ ਨੇ ਭਗਤ ਵਤਸਲ ਨੂੰ। ਭਗਤੀ ਨਾਲ ਪਿਆਰ ਕਰਨ ਵਾਲਾ ਗੁਰਮੁਖ ਉਸ ਦੀ ਭਗਤੀ ਦੇ ਰਾਹੀਂ, ਉਸ ਦੇ ਗੁਣਾਂ ਦੀ ਵਿਚਾਰ ਦੇ ਰਾਹੀਂ ਅਡੋਲ ਆਤਮਿਕ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ। ਭਗਤ ਵਤਸਲ ਭੈ ਕਾਟਨ ਹਾਰੇ, ਭਗਤ ਵਤਸਲ ਭੈ ਕਾਟਨ ਹਾਰੇ। ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਏ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਹਉਮੈ ਮਾਰ ਮਿਲੈ ਪਗ ਧਾਰੇ, ਹਉਮੈ ਮਾਰ ਮਿਲੇ ਪਗ ਧਾਰੇ। ਪਗ ਧਾਰੇ ਸਤ ਸੰਗਤ ਵਿੱਚ ਪੈਰ ਟਿਕਾ ਕੇ ਗੁਰਮੁਖ ਹਉਮੈ ਮਾਰ ਕੇ ਸਾਧ ਸੰਗਤ ਦੇ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ। ਅਨਕ ਜਤਨ ਕਰ ਕਾਲ ਸੰਤਾਏ, ਅਨਕ ਜਤਨ ਕਰ ਕਾਲ ਸੰਤਾਏ। ਕਰ ਕਰਕੇ ਕਾਲ ਮੌਤ ਦਾ ਡਰ, ਆਤਮਿਕ ਮੌਤ, ਅਨੇਕਾਂ ਹੋਰ ਯਤਨ ਕਰਨ ਕਰਕੇ ਸਹੇੜੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮਰਨ ਲਿਖਾਏ ਮੰਡਲ ਮਹਿ ਆਏ। ਮੰਡਲ ਕਹਿੰਦੇ ਨੇ ਜਗਤ ਨੂੰ। ਮਰਨ ਮੌਤ, ਆਤਮਿਕ ਮੌਤ। ਪਿਛਲੇ ਕੀਤੇ ਕਰਮਾਂ ਦੇ ਅਨੁਸਾਰ ਧੁਰੋਂ ਉਹ ਆਤਮਿਕ ਮੌਤ ਦਾ ਹੀ ਲੇਖ ਆਪਣੇ ਮੱਥੇ ਉੱਤੇ ਲਿਖ ਆਇਆ ਹੈ। ਇਸ ਜਗਤ ਦੇ ਵਿੱਚ ਆਇਆ ਤੇ ਇੱਥੇ ਵੀ ਆਤਮਿਕ ਮੌਤ ਨੂੰ ਵਿਹਾਸਦਾ ਰਿਹਾ। ਜਨਮ ਪਦਾਰਥ ਦੁਬਦਾ ਖੋਵੈ, ਖੋਵੇ ਤੋਂ ਭਾਵ ਗਵਾ ਲੈਂਦਾ ਹੈ। ਜਨਮ ਪਦਾਰਥ ਦੁਬਦਾ ਖੋਵੇ, ਉਹ ਮਨੁੱਖ ਹਉਮੈ ਵਿੱਚ ਭਟਕ ਕੇ ਦੁਖੀ ਹੁੰਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਉਹ ਅਮੋਲਕ ਮਨੁੱਖਾ ਜਨਮ ਗਵਾ ਲੈਂਦਾ ਹੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ। ਆਪ ਆਪਣੇ ਆਪ ਨੂੰ, ਆਪਣੇ ਆਤਮਿਕ ਜੀਵਨ ਨੂੰ, ਜਿਹੜਾ ਮਨੁੱਖ ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿੱਚ ਹੀ ਨਹਾਉਂਦਾ ਰਹਿੰਦਾ ਹੈ, ਜਿਹੜਾ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ। ਕਹਿ ਤੋ ਪੜ੍ਹ ਤੋਂ ਸੁਣ ਤੋਂ ਏਕ, ਕਹਿ ਤੋ ਪੜ੍ਹ ਤੋਂ ਸੁਣ ਤੋਂ ਏਕ। ਇੱਕ ਪ੍ਰਭੂ ਦੀ ਸਿਫਤ ਸਲਾਹ। ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਫਤ ਸਲਾਹ ਨਿਤ ਉਚਾਰਦਾ ਹੈ, ਪੜ੍ਹਦਾ ਹੈ, ਸੁਣਦਾ ਹੈ, ਧੀਰਜ ਧਰਮ ਧਰਨੀ ਧਰ ਟੇਕ। ਧਰਨੀ ਧਰ ਤੋਂ ਭਾਵ ਧਰਤੀ ਦਾ ਆਸਰਾ ਪ੍ਰਭੂ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ। ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ। ਉਹ ਮਨੁੱਖ ਜੀਵਨ ਦੇ ਸਫ਼ਰ ਨੂੰ ਪਛਾਣਦਾ ਹੈ। ਜਤ ਸਤ ਸੰਜਮ ਹਿਰਦੇ ਸਮਾਏ, ਜਤ ਸਤ ਸੰਜਮ ਹਿਰਦੇ ਸਮਾਏ। ਜਤ ਤੇ ਸਤ ਸੰਜਮ ਉਸ ਮਨੁੱਖ ਦੇ ਹਿਰਦੇ ਵਿੱਚ ਸੁੱਤੇ ਹੀ ਲੀਨ ਰਹਿੰਦੇ ਹਨ। ਚੌਥੇ ਪਦ ਕੋ ਜੇ ਮਨ ਪਤੀ ਆਏ, ਚੌਥੇ ਪਦ ਕੋ ਜੇ ਮਨ ਪਤੀ ਆਏ। ਚੌਥਾ ਪਦ ਉਹ ਆਤਮਿਕ ਅਵਸਥਾ ਜਿੱਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ, ਪਤੀ ਆਏ ਗਜਾ ਲੈਂਦਾ ਹੈ। ਜੇਕਰ ਉਹ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗਜਾ ਲਏ ਜਿੱਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਸਾਚੇ ਨਿਰਮਲ ਮੈਲ ਨਾ ਲਾਗੇ, ਸਾਚੇ ਨਿਰਮਲ ਮੈਲ ਨਾ ਲਾਗੇ। ਸਦਾ ਥਿਰ ਪ੍ਰਭੂ ਦੇ ਵਿੱਚ ਟਿਕੇ ਹੋਏ ਪਵਿੱਤਰ ਹੋਏ ਮਨੁੱਖ ਨੂੰ, ਮਨਾਂ ਨੂੰ ਵਿਕਾਰ ਦੀ ਮੈਲ ਨਹੀਂ ਚਿੰਬੜਦੀ। ਗੁਰ ਕੈ ਸ਼ਬਦ ਭ੍ਰਮ ਪਉ ਭਾਗੇ, ਗੁਰ ਕੈ ਸ਼ਬਦ ਭ੍ਰਮ ਪਉ ਭਾਗੇ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦਾ ਦੁਨੀਆ ਵਾਲਾ ਡਰ ਸਹਿਮ ਮੁੱਕ ਜਾਂਦਾ ਹੈ। ਸੂਰਤ ਮੂਰਤ ਆਦਿ ਅਨੂਪ, ਸੂਰਤ ਮੂਰਤ ਆਦਿ ਅਨੂਪ। ਸੂਰਤ ਕਹਿੰਦੇ ਨੇ ਸ਼ਕਲ ਨੂੰ, ਮੂਰਤ ਹਸਤੀ ਵਜੂਦ ਹੋਂਦ, ਅਨੂਪ ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ।
ਜਿਸ ਦੀ ਸੋਹਣੀ ਸੂਰਤ ਹੈ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚੱਲਿਆ ਆ ਰਿਹਾ ਹੈ। ਨਾਨਕ ਜਾਚੈ ਸਾਚ ਸਰੂਪ, ਨਾਨਕ ਜਾਚੈ ਸਾਚ ਸਰੂਪ, ਸਾਚ ਸਰੂਪ ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ। ਨਾਨਕ ਵੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਏ। ਨਾਨਕ ਵੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਏ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚੋਂ, ਪਾਵਨ ਗੋਦ ਦੇ ਵਿੱਚੋਂ ਕਿਹੜੀ ਦਾਤ ਮੰਗਣੀ ਹੈ? ਨਾਮ ਦੀ ਦਾਤ, ਨਿਤਨੇਮ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਬਾਣੀ ਬਾਣੇ ਦਾ ਧਾਰਨੀ ਬਣਾਉਣ ਮੇਰੇ ਪਾਤਸ਼ਾਹ, ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਹ ਸਨ ਅੱਜ ਦੇ ਪਾਵਨ ਹੁਕਮ ਦੇ ਅਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ। ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।